ਇਹੀਓ ਸਾਰਾ ਫਿਰ ਸਮਝਾਇਆ ਜੀ, ਭੇਜ ਦਿੱਤਾ ਬਈ ਮਨਮੁਖ ਦਾ ਕੀ ਹਾਲ ਹੁੰਦਾ ਹੈ ਤੇ ਗੁਰਮੁਖ ਕਿਹੜੇ ਰਸਤੇ ਜਾਂਦੇ। ਇਹਦੇ ਤੇ ਫਿਰ ਆਪਾਂ ਕੱਲ ਵੀ ਜਿਵੇਂ ਸਾਰੀ ਵਿਚਾਰ ਕਰ ਲਾਂਗੇ। ਪੂਰਾ ਨਾ ਇੱਕ ਚੈਪਟਰ ਹੈ, ਜਿਵੇਂ ਮਨਮੁਖ ਦਾ ਜੀਵਨ ਵੀ ਅੰਤ ਸਮੇਂ ਮਨਮੁਖ ਦਾ ਕੀ ਹਾਲ ਹੁੰਦਾ ਹੈ, ਕਿਵੇਂ ਉਹਨੂੰ ਸਰੀਰ ਦੇ ਵਿੱਚੋਂ ਕੱਢਿਆ ਜਾਂਦਾ ਹੈ, ਫਿਰ ਉਸ ਦੀ ਅੱਗੇ ਕੀ ਹਾਲਤ ਹੁੰਦੀ ਹੈ, ਕਿਹੜੇ ਰਸਤੇ ਲਿਜਾ ਕੇ ਫਿਰ ਉਹਨੂੰ ਕਿਵੇਂ ਕਿਵੇਂ ਸਜ਼ਾ ਦੇ ਕੇ ਫਿਰ ਅੱਗੇ ਦੂਸਰੀਆਂ ਜੂਨਾਂ 'ਚ ਪਾਇਆ ਜਾਂਦਾ ਹੈ। ਉਹ ਸਾਰਾ ਬੜਾ ਆਪਾਂ ਨੂੰ ਮਹਾਰਾਜ ਨੇ ਸਮਝਾਇਆ ਬਰੀਕੀ ਦੇ ਵਿੱਚ। ਤੇ ਇਸ ਕਰਕੇ ਫਿਰ ਆਪਾਂ ਨੂੰ ਦੱਸਦੇ ਵੀ ਮਨਮੁਖ ਦਾ ਤਾਂ ਜਿਹੜਾ ਹਾਲ ਅੱਗੇ ਹੁੰਦਾ ਹੈ ਵੀ ਉਹ ਵਾਰ-ਵਾਰ ਜੰਮਦਾ ਮਰਦਾ ਹੈ। ਜਿਵੇਂ ਹੁਣ ਇੱਥੇ ਜੀਵ ਦਾ ਸੁਭਾਅ ਚੰਚਲ ਹੁੰਦਾ ਹੈ ਮਨਮੁਖ ਦਾ, ਤਾਂਹੀਓ ਉਹ ਕਹਿੰਦਾ ਹੈ ਨਾ ਚੰਚਲ ਹੀ ਵੀ ਅੱਗਾ ਕਿਹੜਾ ਕਿਸੇ ਨੇ ਦੇਖਿਆ, ਸਾਰਾ ਕੁਛ ਇੱਥੇ ਹੀ ਹੈ ਜੀ, ਵੀ ਇਹ ਤਾਂ ਸਿਰਫ ਉਦਾਂ ਹੀ ਕਹਾਣੀਆਂ ਬਣਾਈਆਂ ਹੋਈਆਂ, ਡਰਾਉਣ ਦੇ ਮਾਰੇ ਕਹਿੰਦੇ ਨੇ। ਤੇ ਉਹ ਚੰਚਲ ਮਨ ਹੈ। ਤੇ ਮਹਾਰਾਜ ਦੱਸਦੇ ਕਹਿੰਦੇ ਮਨ ਚੰਚਲ ਬਹੁਤ ਚੋਟਾਂ ਖਾਈ, ਇਥੋਂ ਛੁੜ ਕੇ ਠੌਰ ਨਾ ਪਾਈ, ਗਰਭ ਜੂਨ ਵਿਸਟਾ ਕਾ ਵਾਸ, ਤਿਤ ਕਰ ਮਨਮੁਖ ਕਰੇ ਨਿਵਾਸ। ਕਿ ਜਿਹੜਾ ਮਨਮੁਖ ਜੀਵ ਹੈ ਉਹਦਾ ਫਿਰ ਜਿਹੜਾ ਨਿਵਾਸ ਉਹਨੂੰ ਵਿਸਟਾ ਦਾ ਗੰਦਗੀ ਦਾ ਕੀੜਾ ਬਣਾ ਦਿੰਦੇ ਨੇ, ਸਜ਼ਾ ਦੇ ਕੇ ਉਹਨੂੰ ਫਿਰ ਉੱਥੇ ਪਾਇਆ ਜਾਂਦਾ ਹੈ। ਉਹ ਫਿਰ ਬੜਾ ਗੇੜ ਲੰਮਾ ਪੈ ਜਾਂਦਾ ਹੈ, ਵਾਰ-ਵਾਰ ਜੰਮਦਾ ਮਰਦਾ ਜੂਨਾਂ 'ਚ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾ ਪਏ ਚਿਰ ਲੰਮੇ, ਵੀ ਉਹਨੂੰ ਫਿਰ ਸਜ਼ਾ ਦੇ ਦੇ ਕੇ ਵਾਰ-ਵਾਰ ਜੰਮਦਾ ਮਰਦਾ ਜੂਨਾਂ 'ਚ ਆਉਂਦਾ ਹੈ। ਸੋ ਇਹ ਮਨਮੁਖ ਦਾ ਤਾਂ ਬਹੁਤ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਮਹਾਰਾਜ ਨੇ ਦੱਸਿਆ ਵੀ ਕਿਵੇਂ ਫਿਰ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ, ਕਿਵੇਂ ਵਾਰ-ਵਾਰ ਜਨਮ ਮਰਨ ਦੇ ਚੱਕਰ 'ਚ ਪੈਂਦਾ ਹੈ। ਸੋ ਇਸ ਕਰਕੇ ਇਹ ਹੁੰਦਾ ਜੀ ਵੀ ਜਿਹੜਾ ਜੀਵ ਸੁਣਦਾ ਹੈ ਉਹਨੂੰ ਆਪਾਂ ਦੱਸੀਏ, ਜਿਹੜਾ ਨਹੀਂ ਸੁਣਦਾ ਉੱਥੇ ਫਿਰ ਆਪਾਂ ਆਪਦਾ ਸਿਮਰਨ ਹੈ ਜਿਹੜਾ ਉਹ ਕੀਤੀ ਜਾਣਾ, ਅੰਤਰਗਤ ਆਪਦਾ ਜਾਰੀ ਰੱਖਣਾ ਹੈ। ਜਿਵੇਂ ਮਹਾਰਾਜ ਵੀ ਦੱਸਦੇ ਆ ਨਾ ਆਪਾਂ ਨੂੰ ਵੀ ਆਪਾਂ ਦੇਖਣਾ ਹੁੰਦਾ ਅੱਗੇ ਵੀ ਜਿਵੇਂ ਜੇ ਤਾਂ ਕੋਈ ਗਾਹਕ ਹੈ ਤੇ ਉੱਥੇ ਹੀ ਫਿਰ ਅਸੀਂ ਸੌਦਾ ਦੇਣਾ ਹੈ। ਜੇ ਉਹ ਗਾਹਕ ਹੀ ਨਹੀਂ ਤੇ ਫਿਰ ਉਹਨੂੰ ਜਦੋਂ ਪਤਾ ਹੀ ਨਹੀਂ ਹੈ ਇਸ ਬਾਰੇ ਤੇ ਫਿਰ ਉੱਥੇ ਜਿਹੜਾ ਉਹ ਆਪਣਾ ਵੀ ਸਮਾਂ ਜਿਹੜਾ ਉਹ ਖਰਾਬ ਹੁੰਦਾ ਇੱਕ ਕਿਸਮ ਦਾ। ਜਿਵੇਂ ਮਹਾਰਾਜ ਕਹਿੰਦੇ ਬਿਨ ਗਾਹਕ ਗੁਣ ਵੇਚੀਏ, ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਬਕਾਏ। ਬਈ ਜੇ ਉਹ ਗਾਹਕ ਹੀ ਨਹੀਂ ਤੇ ਫਿਰ ਸਾਨੂੰ ਉਹਨੂੰ ਜਦੋਂ ਕਦਰ ਹੀ ਨਹੀਂ ਹੈ, ਉਹਨੂੰ ਪਤਾ ਹੀ ਨਹੀਂ ਹੈ ਇਸ ਬਾਰੇ, ਤੇ ਜੇ ਉਹ ਗਾਹਕ ਹੋਵੇ ਤੇ ਫਿਰ ਫਾਇਦਾ ਹੀ ਫਾਇਦਾ, ਆਪਾਂ ਨੂੰ ਲਾਹਾ ਹੀ ਲਾਹਾ, ਨਾਲੇ ਆਪਾਂ ਨੂੰ ਨਾਲੇ ਉਸ ਨੂੰ ਅਗਲੇ ਨੂੰ। ਸੋ ਇਸ ਕਰਕੇ ਆਪਾਂ ਆਪਦਾ ਜਾਰੀ ਰੱਖਣਾ ਹੈ, ਆਪਦਾ ਆਪਾਂ ਕੀਤੀ ਜਾਣਾ। ਜੇ ਕੋਈ ਸੁਣਦਾ ਹੈ ਤੇ ਉਹਨੂੰ ਸੁਣਾ ਦਿਓ, ਚੰਗੀ ਗੱਲ ਹੈ, ਜੇ ਨਹੀਂ ਸੁਣਦਾ ਤੇ ਆਪਦਾ ਆਪਾਂ ਜਾਰੀ ਰੱਖਣਾ ਹੈ। ਜੇ ਆਪਾਂ ਨਹੀਂ ਕਰਦੇ ਤੇ ਫਿਰ ਆਪਣੇ ਸਵਾਸ ਖਰਾਬ ਹੁੰਦੇ ਨੇ। ਜਿਵੇਂ ਹੁਣ ਜਦੋਂ ਆਪਾਂ ਨੂੰ ਕੋਈ ਮਿਲਦਾ ਹੈ ਜਾਂ ਤਾਂ ਆਪਾਂ ਉਹਨੂੰ ਆਪਦੀ ਵਿਚਾਰ ਸੁਣਾਈਏ, ਜਦੋਂ ਆਪਣੀ ਸੁਣਾਵਾਂਗੇ ਜੇ ਤਾਂ ਉਹ ਗਾਹਕ ਹੋਏਗਾ ਫਿਰ ਉਹ ਸੁਣੇਗਾ, ਜੇ ਨਹੀਂ ਹੋਏਗਾ ਤੇ ਫਿਰ ਉਹ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ, ਉਹ ਆਪਣੇ ਤੋਂ ਆਪੇ ਪਾਸਾ ਵੱਟ ਜਾਂਦਾ, ਫਿਰ ਉਹ ਆਪਣੇ ਕੋਲ ਆਏਗਾ ਹੀ ਨਹੀਂ ਅੱਗੇ ਵਾਸਤੇ, ਤੇ ਆਪਾਂ ਨੂੰ ਫਾਇਦਾ ਹੋ ਜਾਏਗਾ, ਆਪਾਂ ਨੂੰ ਕਹਿਣ ਦੀ ਲੋੜ ਨਹੀਂ। ਤੇ ਜੇ ਆਪਾਂ ਉਹਦੀ ਸੁਣਾਂਗੇ ਤੇ ਉਹਨੇ ਤਾਂ ਨਿੰਦਿਆ ਚੁਗਲੀ ਕਰਨੀ ਹੈ, ਕਿਉਂਕਿ ਉਹ ਉਹਦੇ ਵਿੱਚ ਤ੍ਰੈ ਗੁਣਾਂ ਦੇ, ਇਸ ਕਰਕੇ ਜਾਂ ਉਹ ਕਿਸੇ ਦੀ ਉਸਤਤ ਕਰੇਗਾ ਜਾਂ ਉਹ ਕਿਸੇ ਦੀ ਨਿੰਦਿਆ ਕਰੇਗਾ। ਜਿਵੇਂ ਹੁਣ ਬੀਬੀਆਂ ਜਦੋਂ ਬਾਹਰ ਅੰਦਰ ਕਿਤੇ ਇਕੱਠੀਆਂ ਹੁੰਦੀਆਂ ਨੇ, ਹੁਣ ਉਹ ਹੁੰਦਾ ਕੀ ਹੈ ਵੀ ਜਿਹਦੇ ਨਾਲ ਤਾਂ ਵਿਚਾਰ ਮਿਲਦੇ ਉਹਦੀ ਉਸਤਤ ਕਰਦੇ, ਜਿਹਦੇ ਨਾਲ ਨਹੀਂ ਮਿਲਦੇ ਉਸ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਨੇ, ਹਨਾ ਜੀ। ਤੇ ਇਹੀਓ ਕਾਰਨ ਹੁੰਦਾ ਹੈ ਵੀ ਜਾਂ ਉਸਤਤ ਤੇ ਜਾਂ ਨਿੰਦਿਆ। ਤੇ ਇਸ ਕਰਕੇ ਆਪਾਂ ਇਹਨਾਂ ਦੋਵਾਂ ਤੋਂ ਹੀ ਉੱਪਰ ਉੱਠਣਾ ਹੈ। ਆਪਾਂ ਜਿਹੜੀ ਉਸਤਤ ਤੋਂ ਮਾਲਕ ਦੀ ਕਰਨੀ ਹੈ ਤੇ ਜਿਹੜੀ ਨਿੰਦਿਆ ਉਹ ਆਪਾਂ ਕਿਸੇ ਦੀ ਕਰਨੀ ਨਹੀਂ, ਨਾ ਆਪਾਂ ਸੁਣਨੀ। ਸੋ ਇਸ ਕਰਕੇ ਫਿਰ ਆਪਾਂ ਨੂੰ ਉਹਦਾ ਫਾਇਦਾ ਹੁੰਦਾ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਤੇ ਨਾਲੇ ਤਾਂ ਫਿਰ ਆਪਾਂ ਨੂੰ ਫਾਇਦਾ ਤੇ ਨਾਲੇ ਅਗਲੇ ਨੂੰ ਫਾਇਦਾ, ਹੈ। ਤੇ ਜੇ ਆਪਾਂ ਉਹਨਾਂ ਦੀ ਸੁਣਾਂਗੇ ਉਹਦੇ 'ਚ ਉਹਨੂੰ ਤਾਂ ਘਾਟਾ ਹੈਗਾ ਹੀ ਹੈਗਾ, ਨਾਲ ਆਪਣੇ ਵੀ ਮਨ ਦੇ ਉੱਤੇ ਮੈਲ ਚੜ ਜਾਏਗੀ।
ਇਸ ਵਾਸਤੇ ਕੋਸ਼ਿਸ਼ ਕਰਨੀ ਵੀ ਆਪਾਂ ਗੁਰਬਾਣੀ ਦੀ ਹੀ ਵਿਚਾਰ ਕਰੀਏ। ਜੇ ਅਗਲਾ ਸੁਣੇਗਾ ਤੇ ਉਹਨੂੰ ਵੀ ਚੰਗਾ ਹੈ, ਜੇ ਨਹੀਂ ਸੁਣੇਗਾ ਤੇ ਅੱਗੇ ਵਾਸਤੇ ਉਹ ਆਪਣੇ ਕੋਲ ਆਏਗਾ ਹੀ ਨਹੀਂ। ਉਹ ਉੱਥੇ ਜਾਏਗਾ ਜਿਹੜੇ ਨਿੰਦਿਆ ਕਰਦੇ ਨੇ, ਜਿਹੜੇ ਉਹਦੀ ਸੁਣਨਗੇ ਉੱਥੇ ਜਾਏਗਾ ਨਹੀਂ। ਸੋ ਇਹ ਹੁੰਦਾ ਹੈ ਵਾਹਿਗੁਰੂ ਜੀ। ਹਾਂਜੀ, ਹੋਰ ਕੋਈ ਗੁਰਮੁਖ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ। ਹਾਂਜੀ ਵਾਹਿਗੁਰੂ, ਮੇਰਾ ਪ੍ਰਸ਼ਨ ਸੀਗਾ ਹਾਂਜੀ ਹਾਂਜੀ। ਜਿਵੇਂ ਸਤਿ ਦੇ ਧਿਆਨ ਲਗਾਉਂਦੇ ਆ ਤੇ ਉਹ ਜਿਵੇਂ ਆਪਣਾ ਪ੍ਰਕਾਸ਼ ਸ਼ੀਸ਼ੇ ਵਰਗਾ ਹੁੰਦਾ, ਆਪਾਂ ਉਹਨੂੰ ਸਿਰਫ ਦੇਖੇ ਜਾਣਾ ਹੁੰਦਾ ਨਾ, ਤੇ ਜਿਹੜੇ ਅੰਦਰਲੇ ਸ਼ਬਦ ਹੁੰਦੇ ਆ ਉਹਦੇ ਨਾਲ ਦੇਖੀ ਜਾਣਾ ਹੁੰਦਾ। ਹਾਂਜੀ। ਤੇ ਉਹਦੇ ਬਾਅਦ ਫਿਰ ਆਪਣਾ ਮਤਲਬ ਆਪਣਾ ਅੰਦਰ ਕਿਵੇਂ ਬਸੇਗਾ, ਮਤਲਬ ਬਾਹਰੋਂ ਤੇ ਆਪਾਂ ਦੇਖ ਰਹੇ ਹਾਂ। ਹਾਂਜੀ। ਮੈਂ ਉਹ ਪੁੱਛਣਾ ਚਾਹੁੰਦਾ ਸੀਗਾ ਵੀ ਇੱਕ ਤੇ ਜਿਵੇਂ ਆਪਾਂ ਨੂੰ ਪ੍ਰਕਾਸ਼ ਦੇ ਸ਼ੀਸ਼ੇ ਵਰਗਾ ਦਿਖਦਾ, ਉਹਦੇ ਬਾਅਦ ਬਹੁਤ ਚੀਜ਼ਾਂ ਦਿਖਦੀਆਂ ਨੇ, ਉਹ ਵੀ ਕਿਤੇ ਕਿਤੇ ਹਟ ਜਾਂਦੀਆਂ, ਉਹ ਠੀਕ ਹੈ ਨਾ? ਹਾਂਜੀ ਹਾਂਜੀ, ਉਹ ਠੀਕ ਹੈ। ਜਿਉਂ ਜਿਉਂ ਆਪਾਂ ਦੇਖਾਂਗੇ ਤਿਉਂ ਤਿਉਂ ਆਪਣੇ ਮਨ 'ਚ ਵਸ ਜਾਏਗਾ। ਜਿਵੇਂ ਹੁਣ ਮਾਇਆ ਆਪਣੇ ਅੰਦਰ ਦੇਖ ਦੇਖ ਕੇ ਤਾਂ ਵਸੀ ਹੈ। ਹਾਂਜੀ ਹਾਂਜੀ, ਠੀਕ ਠੀਕ ਠੀਕ। ਆਕਾਰਾਂ ਨੂੰ ਆਪਾਂ ਜਦੋਂ ਆਪਾਂ ਦੇਖ ਲੈਂਦੇ, ਕਿਸੇ ਨੂੰ ਵੀ ਸਰੀਰ ਨੂੰ ਦੇਖਦੇ ਹਾਂ, ਹਾਂਜੀ ਹਾਂਜੀ ਹਾਂਜੀ, ਉਹਨੂੰ ਜਦੋਂ ਆਪਾਂ ਇੱਕ ਚਿੱਤ ਹੋ ਕੇ ਦੇਖ ਲੈਂਦੇ ਹਾਂ ਤੇ ਉਹ ਆਪਣੇ ਅੰਦਰ ਵਸ ਜਾਂਦਾ ਹੈ। ਆਪਾਂ ਅੱਖਾਂ ਬੰਦ ਕਰ ਲਈਏ ਤੇ ਉਹ ਸੂਖਮਕਾਰ ਆਪਣੇ ਸਾਹਮਣੇ ਆ ਜਾਂਦਾ ਹੈ। ਬਿਲਕੁਲ ਠੀਕ ਹੈ। ਜਿਵੇਂ ਆਪਣਾ ਸੁਪਨਾ ਹੁੰਦਾ, ਜਿਵੇਂ ਕੋਈ ਆਪਾਂ ਫਿਲਮ ਦੇਖੀਏ, ਜੀ ਜੀ, ਆਪਾਂ ਧਿਆਨ ਲਗਾ ਕੇ ਦੇਖੀਏ ਉਹ ਸੁਪਨੇ 'ਚ। ਹਾਂਜੀ ਜੀ, ਉਹ ਚੀਜ਼ ਆਪਣੇ ਅੰਦਰ ਵਸ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਆਪਾਂ ਪਰਮਾਤਮਾ ਨੂੰ ਦੇਖਾਂਗੇ ਤੇ ਫਿਰ ਆਪਾਂ ਦੇਖਦੇ ਦੇਖਦੇ ਜਦੋਂ ਨੇਤਰ ਬੰਦ ਵੀ ਕਰ ਲਾਂਗੇ, ਜਦੋਂ ਉਹ ਸਾਡੇ ਅੰਦਰ ਵਸ ਗਿਆ ਤੇ ਸਾਨੂੰ ਉਹੀਓ ਪ੍ਰਕਾਸ਼ ਅੰਦਰੋਂ ਦਿਸਣ ਲੱਗ ਜਾਣਾ। ਹਾਂਜੀ ਜੀ ਹਾਂਜੀ, ਉਹ ਵਾਹਿਗੁਰੂ ਇੱਕ ਦੋ ਵਾਰ ਹੁੰਦਾ ਪਰ ਉਹ ਰੈਗੂਲਰ ਨਹੀਂ ਹੋ ਪਾਉਂਦਾ। ਉਹ ਫਿਰ ਆਪਾਂ ਜਿਉਂ ਜਿਉਂ ਅਭਿਆਸ ਕਰਾਂਗੇ ਵਾਹਿਗੁਰੂ, ਤਿਉਂ ਤਿਉਂ ਹੋਏਗਾ ਨਾ ਜੀ। ਜਿੰਨਾ ਜ਼ਿਆਦਾ ਦੇਖਾਂਗੇ, ਕਿਉਂਕਿ ਅਸੀਂ ਇੱਧਰ ਆਦੀ ਹੋ ਗਏ ਮਾਇਆ ਦੇ ਘਰ 'ਚ ਇੱਕ ਚਿੱਤ ਹੋਣ ਦੇ। ਇੱਧਰ ਸਾਡਾ ਮਨ ਇੱਕ ਦ੍ਰਿਸ਼ਟ ਹੋ ਜਾਂਦਾ, ਇੱਕ ਚਿੱਤ ਹੋ ਜਾਂਦਾ, ਬਹੁਤ ਛੇਤੀ ਹੁੰਦਾ ਹੈ। ਹਾਂਜੀ 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 ਹਾਂਜੀ। ਤੇ ਪਰਮਾਤਮਾ ਨੂੰ ਅਸੀਂ ਜਦੋਂ ਦੇਖਦੇ ਹਾਂ, ਥੋੜਾ ਟਾਈਮ ਦੇਖਦੇ ਹਾਂ, ਅਸੀਂ ਫਿਰ ਮਾਇਆ ਨੂੰ ਦੇਖਣੀ ਸ਼ੁਰੂ ਕਰ ਦਿੰਦੇ ਹਾਂ। ਹਾਂਜੀ ਹਾਂਜੀ ਹਾਂਜੀ, ਤਾਂ ਕਰਕੇ ਫਿਰ ਸਾਡੇ ਮਨ 'ਚ ਵਸਦਾ ਨਹੀਂ ਹਜੇ, ਛੇਤੀ ਕਰਕੇ ਉਹ ਸਮਾਂ ਲੱਗਦਾ ਹੈ। ਹਾਂਜੀ ਹਾਂਜੀ ਜੀ, ਰੋਜ਼ ਥੋੜਾ ਥੋੜਾ ਇਸ ਤਰ੍ਹਾਂ ਧਿਆਨ ਲਗਾਵਾਂਗੇ ਤਾਂ ਫਿਰ ਤੜਪ ਵੱਧਦੀ ਜਾਏਗੀ, ਫਿਰ ਲਗਾਤਾਰ ਫਿਰ ਦੇਖਣਾ ਸ਼ੁਰੂ ਹੋ ਜਾਵਾਂਗੇ। ਬਿਲਕੁਲ, ਜਿਉਂ ਜਿਉਂ ਆਪਾਂ ਦੇਖਾਂਗੇ ਸਾਡਾ ਪਿਆਰ ਪੈਂਦਾ ਜਾਏਗਾ। ਤੇ ਜਿਵੇਂ ਆਪਾਂ ਰੋਜ਼ ਅੱਧਾ 1 ਘੰਟਾ 1.5 ਘੰਟਾ 2 ਘੰਟਾ ਆਪਾਂ ਜਿਵੇਂ ਸਿਮਰਨ ਕਰਨ ਬੈਠਦੇ ਹਾਂ, ਧਿਆਨ ਲਗਾਉਂਦੇ ਹਾਂ, ਤੇ ਸਾਨੂੰ ਆਵਾਜ਼ ਵੀ ਸੁਣਾਈ ਦਿੰਦੀ ਹੈ। ਤੇ ਜਿਸ ਆਵਾਜ਼ ਵਿੱਚ ਆਪਾਂ ਧਿਆਨ ਰੱਖਣਾ ਹੁੰਦਾ ਹੈ, ਤੇ ਉਹ ਫਿਰ ਜਿੰਨੀ ਦੇਰ ਤੱਕ ਸਾਨੂੰ ਆਨੰਦ ਦੀ ਅਵਸਥਾ ਬਣੀ ਰਹੇ, ਉਨੀ ਦੇਰ ਤੱਕ ਬਹਿਣਾ ਹੁੰਦਾ ਹੈ। ਹਾਂਜੀ ਬਿਲਕੁਲ, ਜਿਉਂ ਜਿਉਂ ਆਪਾਂ ਬੈਠੇ ਰਵਾਂਗੇ ਆਨੰਦ ਵੱਧਦਾ ਜਾਏਗਾ। ਉਹਨੂੰ ਛੱਡਣਾ ਨਹੀਂ ਹੈ। ਜਦੋਂ ਫੁਰਨੇ ਆਣੇ ਸ਼ੁਰੂ ਹੋ ਜਾਣ ਵਾਹਿਗੁਰੂ, ਤੇ ਫਿਰ ਸਿਮਰਨ ਕਰਨਾ ਸ਼ੁਰੂ ਕਰ ਦਿਓ। ਠੀਕ ਹੈ ਵਾਹਿਗੁਰੂ। ਹਾਂਜੀ, ਜਿਉਂ ਜਿਉਂ ਆਪਾਂ ਅਭਿਆਸ ਕਰੀ ਜਾਵਾਂਗੇ, ਕਿਉਂਕਿ ਹਜੇ ਆਪਣਾ ਮਨ ਪਤਾ ਕੀ ਹੈ, ਇਹ ਆਦੀ ਨਹੀਂ ਹੈ ਇੰਨਾ ਸੁੱਖ ਲੈਣ ਦਾ। ਹਾਂਜੀ ਹਾਂਜੀ, ਥੋੜਾ ਜਿਹਾ ਜੇ ਸਾਨੂੰ ਸੁੱਖ ਮਿਲਦਾ ਹੈ ਤੇ ਅਸੀਂ ਕਹਿੰਦੇ ਬਹੁਤ ਹੋ ਗਿਆ, ਹੁਣ ਥੋੜਾ ਜਿਹਾ ਮਾਇਆ ਦਾ ਰੰਗ ਦੇਖ ਲਈਏ। ਹਾਂਜੀ ਹਾਂਜੀ ਹਾਂਜੀ, ਉਹ ਫਿਰ ਇੱਧਰ ਅਸੀਂ ਰੰਗ ਤਮਾਸ਼ੇ ਦੇਖਣੇ ਸ਼ੁਰੂ ਕਰ ਦਿੰਦੇ ਹਾਂ। ਤੇ ਇਸ ਕਰਕੇ ਹਾਂਜੀ, ਇਸ ਕਰਕੇ ਜਿਵੇਂ ਅਮਲੀ ਹੁੰਦਾ ਨਾ, ਆਪਾਂ ਅਮਲ ਲਾਉਣਾ ਮਨ ਨੂੰ। ਜਿਵੇਂ ਅਮਲੀ ਹੁੰਦਾ ਹੈ, ਉਹ ਅਮਲੀ ਜਿਉਂ ਜਿਉਂ ਨਸ਼ਾ ਕਰਦਾ ਜਾਂਦਾ, ਉਹਦੀ ਡੋਜ਼ ਵੱਧਦੀ ਜਾਂਦੀ ਹੈ। ਪਹਿਲਾਂ ਉਹਨੂੰ ਥੋੜੇ ਨਸ਼ੇ ਦੇ ਨਾਲ ਹੀ ਉਹਦਾ ਸਰ ਜਾਂਦਾ ਹੈ। ਫਿਰ ਜਦੋਂ ਉਹ ਰੋਜ਼ ਕਰੀ ਜਾਂਦਾ ਤੇ ਫਿਰ ਉਹਦੀ ਡੋਜ਼ ਵੱਧਦੀ ਜਾਂਦੀ, ਉਹਨੂੰ ਫਿਰ ਥੋੜਾ ਨਸ਼ਾ ਨਹੀਂ ਚਾਹੀਦਾ, ਉਹਨੂੰ ਫਿਰ ਬਹੁਤ ਜ਼ਿਆਦਾ ਚਾਹੀਦਾ। ਇਸੇ ਤਰ੍ਹਾਂ ਹੀ ਇਹਦੇ ਵਿੱਚ ਨਸ਼ਾ ਹੈ। ਜਦੋਂ ਆਪਾਂ ਪਰਮਾਤਮਾ ਨੂੰ ਵੀ ਦੇਖਦੇ ਹਾਂ ਨਾ, ਇਹ 'ਚ ਇੰਨਾ ਜ਼ਿਆਦਾ ਨਸ਼ਾ ਹੈ ਵੀ ਉਹ ਫਿਰ ਆਪਾਂ ਨੂੰ ਚੜ੍ਹਦਾ ਹੈ। ਤੇ ਉਹ ਫਿਰ ਪਹਿਲਾਂ ਸਾਨੂੰ ਥੋੜਾ ਜਿਹਾ, ਜਦੋਂ ਅਸੀਂ ਥੋੜਾ ਜਿਹਾ ਦੇਖਦੇ ਹਾਂ ਤੇ ਉਹ ਸਾਨੂੰ ਇੰਨਾ ਨਸ਼ਾ ਹੋ ਜਾਂਦਾ, ਸਾਡੀ ਸੁੱਧ ਬੁੱਧ ਮਤਲਬ ਖਤਮ ਹੋ ਜਾਂਦੀ ਹੈ। ਵੀ ਜ਼ਿਆਦਾ ਆਪਾਂ ਨੂੰ ਨੀਂਦ ਆ ਜਾਏਗੀ,
ਠੀਕ ਹੈ ਸਾਨੂੰ ਨੀਂਦ ਆ ਜਾਏਗੀ ਕਿਉਂਕਿ ਅਸੀਂ ਉਹ ਇੰਨਾ ਨਹੀਂ ਚੱਲ ਪਾਉਂਦੇ। ਹਾਂਜੀ, ਉਹ ਜਿਉਂ-ਜਿਉਂ ਫਿਰ ਆਪਾਂ ਕਰਦੇ ਜਾਵਾਂਗੇ ਡੋਜ਼ ਵੱਧਦੀ ਜਾਏਗੀ, ਫਿਰ ਆਪਣਾ ਤਿਉਂ-ਤਿਉਂ ਫਿਰ ਜ਼ਿਆਦਾ ਹੁੰਦਾ ਜਾਏਗਾ। ਵਾਹਿਗੁਰੂ ਜੀ, ਤੁਸੀਂ ਪੁੱਛਣੀ ਸੀ ਹਾਂਜੀ। ਮੰਨ ਲਓ ਕੋਈ ਪ੍ਰਾਣੀ ਹੈ, ਉਹ 50+ ਤੋਂ ਪਹਿਲਾਂ ਅੰਦਰ ਦੀ ਦਾਤ ਲੈਂਦਾ ਹੈ, ਕਿੱਥੇ ਹੁੰਦੇ ਨੇ ਜਿਹਨੇ ਜਿਹੜੇ ਮਤਲਬ ਬੇਮਤੀ ਨੇ ਜਿਹਨੇ ਅੰਦਰ ਦੀ ਦਾਤ ਲੈਂਦੇ, ਤੇ ਉਹਨਾਂ ਨੂੰ ਕੁਛ ਦਾਤ ਦਾ ਫਰਕ ਪੈਂਦਾ ਕਿ ਮਤਲਬ ਜੇ ਪਹਿਲੇ ਅੰਦਰ ਦੀ ਦਾਤ ਲੈ ਕੇ ਫਿਰ ਅਸੀਂ ਨਾਮ ਜਪਦੇ ਹਾਂ, ਤੇ ਜਾਂ ਬਿਨਾਂ ਮਤਲਬ ਅੰਮ੍ਰਿਤਧਾਰੀ ਹੋਈ ਜਾਂ ਮਤਲਬ ਬਿਨਾਂ 50+ ਅੰਮ੍ਰਿਤ ਲਈ ਅਸੀਂ ਨਾਮ ਜਪ ਕੇ ਆਪਣੀ ਉਹ ਹਾਸਲ ਕਰ ਸਕਦੇ ਹਾਂ, ਫਰਕ ਪੈਂਦਾ ਹੀ ਇਸ ਚੀਜ਼ ਦਾ? ਬਿਲਕੁਲ ਵਾਹਿਗੁਰੂ, ਏਦਾਂ ਹੁੰਦਾ ਜੀ ਵੀ ਸਿਮਰਨ ਤਾਂ ਆਪਾਂ ਪਹਿਲਾਂ ਹੀ ਕਰਨਾ ਹੈ। ਜੇ ਹੁਣ ਆਪਾਂ ਆਖੀਏ ਵੀ ਗੁਰੂ ਵਾਲੇ ਬਣ ਕੇ ਹੀ ਸਿਮਰਨ ਕਰਨਾ ਹੈ, ਵੀ ਪਹਿਲਾਂ ਸਿਮਰਨ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ, ਤੇ ਜਦ ਤੱਕ ਜੀਵ ਸਿਮਰਨ ਕਰੇਗਾ ਨਹੀਂ ਤੇ ਉਹਦੀ ਤਿਆਰੀ ਨਹੀਂ ਹੋਏਗੀ, ਉਹ ਮੰਨੇਗਾ ਕਿਵੇਂ? ਠੀਕ ਹੈ ਨਾ ਜੀ। ਇਸ ਕਰਕੇ ਸਿਮਰਨ ਤਾਂ ਹਰ ਇੱਕ ਜੀਵ ਨੂੰ ਕਰਨਾ ਚਾਹੀਦਾ, ਚਾਹੇ ਉਹ ਗੁਰੂ ਵਾਲਾ ਬਣਿਆ ਚਾਹੇ ਨਹੀਂ ਬਣਿਆ, ਤੇ ਜਿਹੜਾ ਵੀ ਸਿਮਰਨ ਕਰੇਗਾ ਉਹਨੂੰ ਲਾਹਾ ਹੋਏਗਾ ਹੀ ਹੋਏਗਾ। ਇਹ ਨਹੀਂ ਹੈ ਵੀ ਜੇ ਅਸੀਂ ਗੁਰੂ ਵਾਲੇ ਬਣ ਕੇ ਕਰਦੇ ਹਾਂ ਤੇ ਫੇਰ ਹੀ ਲਾਹਾ ਹੈ, ਜੇ ਨਹੀਂ ਉਹ ਗੁਰੂ ਵਾਲਾ ਬਣਿਆ ਉਹਨੂੰ ਲਾਹਾ ਨਹੀਂ ਹੋਣਾ, ਉਹਨੂੰ ਵੀ ਲਾਹਾ ਹੋਏਗਾ। ਜਿਵੇਂ ਦੇਖੋ ਵੀ ਸਾਬਣ ਹੈ, ਸਾਬਣ ਨਾਲ ਆਪਾਂ ਕੱਪੜਾ ਧੋਵਾਂਗੇ ਤੇ ਉਹਦੀ ਮੈਲ ਤਾਂ ਲੱਥਣੀ ਲੱਥਣੀ ਹੈ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਮੈਲਾ ਹੋਇਆ ਹੈ ਤੇ ਸਿਮਰਨ ਨੇ ਮਨ ਨੂੰ ਧੋਣਾ ਹੈ, ਤੇ ਉਹ ਸਾਡੀ ਮੈਲ ਧੋਤੀ ਜਾਣੀ ਹੈ। ਜਿਉਂ ਜਿਉਂ ਅਸੀਂ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਕੋਈ ਵੀ ਕਰੇਗਾ ਤੇ ਉਹਦਾ ਮਨ ਧੋਤਾ ਜਾਏਗਾ, ਸ਼ੁੱਧ ਹੋ ਜਾਏਗਾ। ਠੀਕ ਹੈ ਨਾ। ਬਾਕੀ ਜਿਹੜਾ ਅਸੀਂ ਪੰਜਾਂ ਤੋਂ ਜਿਹੜੀ ਦਾਤ ਲੈਂਦੇ ਹਾਂ ਅੰਮ੍ਰਿਤ ਦੀ, ਉਹ ਅੰਮ੍ਰਿਤ ਦੀ ਦਾਤ ਐਡੀ ਸੌਖੀ ਨਹੀਂ ਹੈ। ਉਹਦੇ ਵਾਸਤੇ ਵੀ ਸਾਨੂੰ ਬੜੀ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ। ਸਾਡਾ ਮਨ ਹੈ ਜਿਹੜਾ ਉਹ ਤਿਆਰ ਹੋਣਾ ਚਾਹੀਦਾ, ਉਸ ਅਵਸਥਾ ਤੇ ਪਹੁੰਚਿਆ ਹੋਣਾ ਚਾਹੀਦਾ ਵੀ ਜਦੋਂ ਅਸੀਂ ਪੰਜਾਂ ਪਿਆਰਿਆਂ ਕੋਲ ਜਾਂਦੇ ਹਾਂ, ਗੁਰੂ ਅੱਗੇ ਆਪਾਂ ਸਮਰਪਣ ਕਰਨਾ ਹੁੰਦਾ। ਜੇ ਹੁਣ ਸਿਮਰਨ ਨਹੀਂ ਕੀਤਾ ਤੇ ਉਹ ਆਪਾਂ ਸਮਰਪਣ ਕਰ ਹੀ ਨਹੀਂ ਸਕਦਾ। ਠੀਕ ਹੈ ਨਾ ਜੀ। ਗੁਰੂ ਨੇ ਆਪਣਾ ਮਨ, ਤਨ, ਸਵਾਸਾਂ ਦਾ ਧਨ ਸਾਰਾ ਕੁਛ ਮੰਗਣਾ ਹੈ। ਜਿਹਨੂੰ ਮਾਰੇਗਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਹੁਣ ਜਿਹੜਾ ਸਿਮਰਨ ਨਹੀਂ ਕਰਦਾ ਉਹ ਕਿੱਥੋਂ ਆਪਾਂ ਸਮਰਪਣ ਕਰ ਦੇਗਾ? ਜਿਹਦੇ ਅੰਦਰ ਤੜਫ ਨਹੀਂ, ਵਿਰਾਗ ਨਹੀਂ ਹੈ, ਉਹ ਕਿੱਥੋਂ ਆਪਾਂ ਸਮਰਪਣ ਕਰ ਦੇਗਾ? ਉਹ ਤਾਂ ਫਿਰ ਆਪਦੀ ਮਾਤੀ ਵਰਤੀ ਜਾਏਗਾ, ਹੈ ਨਾ। ਸੋ ਹਾਂਜੀ, ਸੋ ਇਸ ਕਰਕੇ ਅੰਮ੍ਰਿਤ ਦੀ ਜਿਹੜੀ ਦਾਤ ਵੀ ਆਪਾਂ ਲੈਂਦੇ ਹਾਂ, ਉਹਦੇ ਵਿੱਚ ਪਹਿਲਾਂ ਸਾਡਾ ਮਨ ਸੰਤ ਬਣਦਾ ਹੈ ਤੇ ਫਿਰ ਉਹਨੂੰ ਸੰਤ ਤੋਂ ਸਿਪਾਹੀ ਬਣਾਇਆ ਜਾਂਦਾ ਅੰਮ੍ਰਿਤ ਦੀ ਦਾਤ ਦੇ ਕੇ। ਤੇ ਜਿਹੜਾ ਸੰਤ ਹੈ ਉਹ ਪਹਿਲਾਂ ਅੰਦਰੋਂ ਅੰਮ੍ਰਿਤ ਪੀਂਦਾ ਹੈ ਆਪਦੇ, ਫਿਰ ਉਹੀ ਅੰਮ੍ਰਿਤ ਆਪਾਂ ਨੂੰ ਬਾਹਰ ਤਿਆਰ ਕਰਕੇ ਦਿੰਦੇ ਨੇ ਪੰਜ ਪਿਆਰੇ। ਅੰਮ੍ਰਿਤ ਇੱਕੋ ਹੀ ਹੈ, ਦੋ ਨਹੀਂ ਹੈ। ਮਾਰੇ ਕਹਿੰਦੇ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਹੀਂ। ਹੁਣ ਜੇ ਆਪਾਂ ਪਹਿਲਾਂ ਅੰਦਰੋਂ ਅੰਮ੍ਰਿਤ ਪੀਤਾ ਹੋਏਗਾ ਤੇ ਆਪਾਂ ਨੂੰ ਅੰਮ੍ਰਿਤ ਦਾ ਪਤਾ ਹੁੰਦਾ ਵੀ ਏਦਾਂ ਦਾ ਹੈ। ਜੇ ਅੰਦਰੋਂ ਅੰਮ੍ਰਿਤ ਪੀਤਾ ਹੀ ਨਹੀਂ ਤੇ ਆਪਾਂ ਨੂੰ ਤਾਂ ਅੰਮ੍ਰਿਤ ਦਾ ਪਤਾ ਹੀ ਨਹੀਂ ਵੀ ਅੰਮ੍ਰਿਤ ਹੈ ਕਿੱਦਾਂ ਦਾ ਹੈ। ਫਿਰ ਆਪਾਂ ਨੂੰ ਚਾਹੇ ਕੋਈ ਜੋ ਮਰਜ਼ੀ ਪਿਆ ਦੇਵੇ ਤੇ ਆਪਾਂ ਨੂੰ ਕੀ ਪਤਾ ਵੀ ਉਹ ਅੰਮ੍ਰਿਤ ਹੈ ਵੀ ਕਿ ਜਾਂ ਨਹੀਂ ਹੈ। ਠੀਕ ਹੈ ਨਾ ਜੀ ਵੈਰ? ਹਾਂਜੀ ਹਾਂਜੀ। ਹਾਂ, ਇਸ ਕਰਕੇ ਆਪਾਂ ਪਹਿਲਾਂ ਅੰਦਰੋਂ ਅੰਮ੍ਰਿਤ ਪੀਣਾ ਹੈ। ਸੰਤ ਜਿਹੜਾ ਉਹ ਅੰਦਰੋਂ ਅੰਮ੍ਰਿਤ ਪੀਂਦਾ ਹੈ। ਸੰਤਾਂ ਦੇ ਮਨ ਦਾ ਵਾਸਾ ਅਨਹਦ ਬਾਣੀ ਤੇ ਹੁੰਦਾ ਹੈ। ਹਾਂਜੀ ਜੀ, ਜਿਹੜੇ ਆਪਾਂ ਸ਼ਬਦ ਸੁਣਦੇ ਹਾਂ ਤੇ ਜਿਵੇਂ ਕਈ ਵਾਰੀ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਐਵੇਂ ਲੱਗਦਾ ਜਿਵੇਂ ਆਪਾਂ ਜੰਗਲ ਵਿੱਚ ਖਲੋਤੇ ਹਾਂ, ਜਾਂ ਜਿਵੇਂ ਬਹੁਤ ਚਿੜੀਆਂ ਜਾਂ ਟਿੱਡੀਆਂ ਇਕੱਠੀਆਂ ਜਿਵੇਂ ਇੱਕੋ ਜਿਹੀ ਆਵਾਜ਼ ਲਗਾਤਾਰ ਚੱਲਦੀ ਹੈ ਜਿਹੜੀ, ਤੇ ਆਪਾਂ ਨੂੰ ਉਸ ਆਵਾਜ਼ ਤੇ ਆਪਾਂ ਨੂੰ ਧਿਆਨ ਲਗਾਉਣਾ ਚਾਹੀਦਾ ਹੈ। ਜਦੋਂ ਆਪਾਂ ਨੂੰ ਕੋਈ ਵਿਚਾਰ ਨਹੀਂ ਆਉਂਦਾ ਫਿਰ ਆਪਾਂ ਧਿਆਨ ਲਾਉਣਾ। ਅਸਲ 'ਚ ਪਹਿਲਾ ਜਿਹੜਾ ਸਟੈਪ ਆ ਆਪਣਾ, ਉਹ ਆਪਾਂ ਪਾਉਣ ਤੋਂ ਵੱਖ ਹੋਣਾ ਸਿੱਖਣਾ।
ਹਾਂਜੀ ਵਾਹਿਗੁਰੂ ਸੁਣ ਅਵਸਥਾ ਵਿੱਚ ਜਾ ਜਾ ਕੇ ਕੇ ਆਪਾਂ ਨੂੰ ਇੱਕ ਹਾਂਜੀ ਜਦੋਂ ਮਨ ਆਪਣਾ ਪਾਉਣ ਤੋਂ ਅੱਡ ਹੋ ਜਾਏਗਾ ਉੱਥੇ ਸਾਨੂੰ ਇੱਕ ਤਾਂ ਵਿਚਾਰ ਨਹੀਂ ਆਏਗਾ ਕੋਈ, ਹਾਂਜੀ ਤੇ ਵਾਹਿਗੁਰੂ ਆਪਣਾ ਜਿਹੜਾ ਇਹ ਸਰੀਰ ਹੈ ਲੋਡ ਨਹੀਂ ਮੰਨੇਗਾ, ਦਿਮਾਗ ਲੋਡ ਨਹੀਂ ਮੰਨੇਗਾ। ਜੇ ਆਪਾਂ ਪਾਉਣ ਤੋਂ ਅੱਡ ਹੋਣਾ ਨਹੀਂ ਸਿੱਖਿਆ ਤੇ ਆਪਾਂ ਸੌਣਾ ਸ਼ੁਰੂ ਕਰ ਦਿੱਤਾ ਤੇ ਫਿਰ ਇੱਕ ਤਾਂ ਦਿਮਾਗ ਲੋਡ ਮੰਨੇਗਾ ਤੇ ਇੱਕ ਸਾਨੂੰ ਵਿਚਾਰ ਵੀ ਆਈ ਜਾਣਗੇ, ਫੁਰਨੇ ਨਹੀਂ ਰੁਕਣਗੇ ਸਾਡੇ। ਇਸ ਵਾਸਤੇ ਆਪਾਂ ਨੂੰ ਇਸੇ ਕਰਕੇ ਕਿ ਪਹਿਲਾਂ ਕਹਿੰਦੇ ਵੀ ਪਾਉਣ ਤੋਂ ਅੱਡ ਹੋਣਾ ਸਿੱਖੋ। ਪਾਉਣ ਤੋਂ ਅੱਡ ਦਾ ਭਾਵ ਵੀ ਸੌਣਾ ਸਿੱਖੋ। ਆਪਾਂ ਇੰਨੀ ਛੇਤੀ ਸੌਣਾ ਸਿੱਖ ਲੈਣਾ ਹੈ ਵੀ ਅਸੀਂ ਥੋੜਾ ਜਿਹਾ ਸਿਮਰਨ ਕਰੀਏ ਤੇ ਉਦੋਂ ਹੀ ਸਾਡਾ ਮਨ ਸੁਣਨ 'ਚ ਚਲਾ ਜਾਵੇ। ਫਿਰ ਸੁਣਨ 'ਚ ਜਦੋਂ ਜਾਵਾਂਗੇ, ਸੁਣਨ 'ਚ ਤਾਂ ਸ਼ਬਦ ਪ੍ਰਗਟ ਹੈਗੇ ਨੇ, ਫਿਰ ਉੱਥੋਂ ਸੁਣਾਂਗੇ ਸੁਣਨ ਦੇ ਵਿੱਚੋਂ। ਜਿਵੇਂ ਕਹਿੰਦੇ ਸੁਣ ਸਮਾਧ ਅਨਹਦ ਨਾਦ, ਕਹਿਣ ਨਾ ਜਾਈਏ ਚਰਜ ਵਿਸਮਾਦ। ਵੀ ਜਦੋਂ ਅਸੀਂ ਸੁਣ ਸਮਾਧੀ ਚਲੇ ਗਏ ਉੱਥੋਂ ਨਾਦ ਪ੍ਰਗਟ ਹੋ ਜਾਣਾ, ਉੱਥੋਂ ਸ਼ਬਦ ਪ੍ਰਗਟ ਹੋ ਜਾਣੇ, ਫਿਰ ਆਪਾਂ ਉਹਨਾਂ ਨੂੰ ਸੁਣਨਾ ਹੈ। ਹਾਂ, ਇਸ ਕਰਕੇ ਪਹਿਲਾਂ ਆਪਾਂ ਇਸੇ ਸਟੇਜ ਨੂੰ ਲੈ ਕੇ ਚੱਲਣਾ ਵੀ ਅਸੀਂ ਕਿੰਨੀ ਛੇਤੀ ਸੌਂਦੇ ਹਾਂ। ਜਿੰਨਾ ਜਲਦੀ ਆਪਣਾ ਮਨ ਸੁਣਨ 'ਚ ਜਾਏਗਾ ਉਨੀ ਕਿਰਪਾ ਹੈ। ਜਾਣੀ ਕਿ ਜਿੰਨੇ ਆਪਣੇ ਵਿਚਾਰ ਘੱਟ ਹੋਣਗੇ ਉਨੀ ਛੇਤੀ ਸੁਣਨ 'ਚ ਜਾਏਗਾ, ਜਿੰਨੇ ਵਿਚਾਰ ਜ਼ਿਆਦਾ ਹੋਣਗੇ ਉਹ ਸੁਣਨ 'ਚ ਜਾਏਗਾ ਹੀ ਨਹੀਂ। ਉਹ ਕੋਈ ਨਾ ਕੋਈ ਸਾਨੂੰ ਵਿਚਾਰ ਕੁਛ ਨਾ ਕੁਛ ਆਈ ਜਾਏਗਾ ਆਈ ਜਾਏਗਾ। ਜੇ ਆਪਾਂ ਇੱਥੇ ਵਿਚਾਰਾਂ 'ਚ ਰਹਿ ਕੇ ਸੁਣਨਾ ਸ਼ੁਰੂ ਕਰ ਦਿੰਦੇ ਹਾਂ ਫਿਰ ਸਾਡਾ ਮਨ ਅੱਗੇ ਨਹੀਂ ਚੱਲਦਾ, ਫਿਰ ਇੱਥੇ ਹੀ ਰੁਕ ਜਾਂਦਾ। ਫਿਰ ਉਹ ਨਾਲ ਆਪਾਂ ਨੂੰ ਉਹ ਵੀ ਸੁਣੀ ਜਾਣਗੀਆਂ ਅੰਦਰੋਂ ਆਵਾਜ਼ਾਂ, ਤੇ ਨਾਲ ਇੱਧਰ ਸੰਸਾਰ ਦੀਆਂ ਵੀ ਸੁਣੀ ਜਾਣਗੀਆਂ। ਕੋਈ ਗੱਲਾਂ ਕਰ ਰਿਹਾ ਨਾਲ ਉਹ ਵੀ ਸੁਣੀ ਜਾਣਗੀਆਂ, ਜਾਂ ਕੋਈ ਬੋਲ ਰਿਹਾ ਆਪਾਂ ਨੂੰ ਉਹ ਵੀ ਪਤਾ ਲੱਗੀ ਜਾਏਗਾ, ਨਾਲ ਉਹਨੂੰ ਵੀ ਸੁਣੀ ਜਾਵਾਂਗੇ। ਉਹਨੂੰ ਕਹਿੰਦੇ ਦੋ ਚਿੱਤੀ 'ਚ ਹੋ ਗਿਆ। ਹਾਂਜੀ ਵਾਹਿਗੁਰੂ ਜੀ। ਤੇ ਫਿਰ ਨਾ ਜਿਵੇਂ ਸਿਮਰਨ ਕਰਦੇ ਕਰਦੇ ਸੋ ਜਾਣਾ ਹੈ ਤੇ ਫਿਰ ਵਾਹਿਗੁਰੂ ਫਿਰ ਉਹਦੇ ਵਿੱਚ ਸਾਰੀ ਦਿਨ ਸੁਣਾਈ ਦੇਗੀ ਫਿਰ ਤੁਹਾਨੂੰ? ਹਾਂਜੀ, ਜਦੋਂ ਵਾਰ-ਵਾਰ ਸੁਣਨ 'ਚ ਜਾਵਾਂਗੇ ਫਿਰ ਮਾਲਕ ਆਪਾਂ ਨੂੰ ਆਪੇ ਹੀ ਠਾ ਲੈਂਦੇ ਨੇ। ਤੇ ਵਾਹਿਗੁਰੂ ਮਤਲਬ ਜਿਵੇਂ ਮੈਨੂੰ ਸਿਮਰਨ ਕਰਦੇ ਕਰਦੇ ਇੱਕਦਮ ਨੀਂਦ ਆ ਜਾਂਦੀ ਹੈ, ਤੇ ਫਿਰ ਉਹਦੇ ਵਿੱਚ ਸੋਣਾ ਹੈ ਕਿ ਫਿਰ ਆਪਣੇ ਆਪ ਨੂੰ ਉਠਾਉਣਾ ਹੈ? ਨਹੀਂ, ਸੌਣਾ ਹੈ, ਸੌ ਜਾਣਾ ਹੈ ਬਸ। ਜਦੋਂ ਆਪਾਂ ਸੌਂ ਜਾਂਦੇ ਨਾ, ਸੁਣਨ 'ਚ ਸਮਾ ਕੇ ਮਾਲਕ ਦੇਖ ਰਿਹਾ ਵੀ ਬੱਚੇ ਘਰ ਆ ਗਏ, ਹਾਂਜੀ, ਫਿਰ ਉੱਥੋਂ ਆਪਾਂ ਨੂੰ ਉਠਾ ਲੈਂਦਾ। ਉਹ ਮਾਲਕ ਦੀ ਇੱਛਾ ਕਦੋਂ ਉਠਾਉਂਦੇ, ਜਿਵੇਂ ਇੱਕ ਤਾਂ ਚਾਹੇ ਉਹ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਾਗਦੇ ਬਹਿਣਾ, ਇੱਕ ਜਾਗਦੇ ਬੈਠੇ, ਉਹ ਜਾਗਦਿਆਂ ਨੂੰ ਨਹੀਂ ਉਠਾਉਂਦੇ, ਕਈ ਵਾਰੀ ਜਿਹੜੇ ਸੁੱਤੇ ਨੇ ਉਹਨਾਂ ਨੂੰ ਉਠਾ ਦਿੰਦੇ ਨੇ। ਜਿਹਨੂੰ ਮਾਰੇ ਗੁਰਬਾਣੀ 'ਚ ਕਹਿੰਦੇ ਇੱਕ ਜਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਅਠਾਲ। ਵਾਹਿਗੁਰੂ ਇੰਝ ਵੀ ਕਹਿੰਦੇ ਨੇ ਕਿ 5 ਤੇ ਨਹੀਂ ਸਵਾ ਸਕਦੇ ਸਿਮਰਨ ਕਰਦੇ ਕਰਦੇ 5 ਨਹੀਂ, ਉਹ ਏਦਾਂ ਹੁੰਦਾ ਨਾ ਵਾਹਿਗੁਰੂ ਜੀ ਵੀ 5 ਜਿਹੜਾ ਉਹ ਤਾਂ ਆਪਾਂ ਨੂੰ ਵਿਚਾਰਾਂ 'ਚ ਸਵਾਉਂਦੇ ਨੇ। ਨਹੀਂ, ਵਿਚਾਰ ਨਹੀਂ ਆਉਂਦੇ। ਹਾਂ, ਉਹ ਫਿਰ ਉਹ ਠੀਕ ਹੈ, ਉਹ ਆਪਾਂ ਸੁਣਨ 'ਚ ਹੀ ਜਾਂਦੇ ਹਾਂ। ਜਦੋਂ ਵਿਚਾਰ ਨਹੀਂ ਆਉਂਦੇ ਉਦੋਂ ਆਪਾਂ ਸੁਣਨ 'ਚ ਜਾਂਦੇ, ਸਿਮਰਨ ਕਰਦੇ ਕਰਦੇ ਜੀ। ਉਹ ਠੀਕ ਹੈ ਵਾਹਿਗੁਰੂ ਜੀ। ਉੱਥੋਂ ਫਿਰ ਮਾਲਕ ਆਪਾਂ ਨੂੰ ਆਪੇ ਹੀ ਆਵਾਜ਼ ਦੇ ਕੇ ਠਾ ਲੈਂਦੇ ਨੇ। ਜਿਹਨੂੰ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ, ਵੀ ਉਹ ਧੁਨ ਪ੍ਰਗਟ ਹੋ ਗਈ, ਸ਼ਬਦ ਪ੍ਰਗਟ ਹੋ ਗਏ ਤੇ ਮਨ ਜਾਗ ਪਿਆ ਜੀ। ਚਲੋ ਵਾਹਿਗੁਰੂ ਜਿਵੇਂ ਸਿਮਰਨ ਕਰਦੇ ਕਰਦੇ ਜਿਵੇਂ ਵਿਚਾਰ ਆਉਂਦੇ ਨੇ ਤੇ ਵਿਚਾਰਾਂ ਨੂੰ ਲਗਾਤਾਰ ਮਤਲਬ ਸੰਤੋਖਣਾ ਹੈ, ਮਤਲਬ ਕਿ ਨਾਲ ਚੱਲੀ ਜਾਣਾ, ਸਿਮਰਨ ਚੱਲਣ ਦੇਣਾ, ਬਿਲਕੁਲ ਰੁਕਣਾ ਹੈ। ਇਹ ਆਪਾਂ ਕੋਸ਼ਿਸ਼ ਕਰਨੀ ਵੀ ਆਪਦੀ ਆਵਾਜ਼ ਨੂੰ ਸੁਣੀਏ ਧਿਆਨ ਦੇ ਨਾਲ, ਫਿਰ ਵਿਚਾਰ ਨਹੀਂ ਆਉਣਗੇ। ਜਦੋਂ ਆਪਦੀ ਆਵਾਜ਼ 'ਚ ਪੂਰਾ ਧਿਆਨ ਲਾ ਲਾਂਗੇ ਨਾ, ਫੇਰ ਨਹੀਂ ਵਿਚਾਰ ਆਉਂਦੇ। ਵਿਚਾਰ ਆਪਾਂ ਨੂੰ ਹਾਂ, ਵਿਚਾਰ ਆਪਾਂ ਨੂੰ ਉਦੋਂ ਹੀ ਆਉਂਦੇ ਜਦੋਂ ਆਪਾਂ ਆਪਦੀ ਆਵਾਜ਼ ਨੂੰ ਨਹੀਂ ਸੁਣਦੇ। ਤਾਂ ਜੀ ਆਪਾਂ ਨੂੰ ਕਹਿੰਦੇ ਨਾ ਆਪਣੀ ਆਵਾਜ਼ ਨੂੰ ਧੁਨ ਆਖੇ, ਧੁਨਵੇਂ ਧਿਆਨ, ਵੀ ਧਿਆਨ ਆਪਦੀ ਆਵਾਜ਼ ਦੇ ਵਿੱਚ ਲਾਓ। ਜਿਵੇਂ ਹੁਣ ਆਪਾਂ ਸੰਸਾਰ 'ਚ ਕਿਸੇ ਦੀ ਗੱਲ ਸੁਣਦੇ ਧਿਆਨ ਦੇ ਨਾਲ, ਮੈਂ ਬੋਲ ਰਿਹਾ ਤੁਸੀਂ ਧਿਆਨ ਨਾਲ ਸੁਣੋ, ਤੁਹਾਡਾ ਮਨ ਪਾਸੇ ਨਹੀਂ ਜਾਏਗਾ। ਤੁਸੀਂ ਬੋਲੋ ਮੈਂ ਧਿਆਨ ਨਾਲ ਸੁਣਾ, ਮੇਰਾ ਮਨ ਪਾਸੇ ਨਹੀਂ ਜਾਏਗਾ। ਤੇ ਜੇ ਪਾਸੇ ਚਲਿਆ ਗਿਆ, ਆਪਾਂ ਕਹਿੰਦੇ ਵੀ ਦੁਬਾਰਾ ਦੱਸਿਓ ਵੀ ਮੇਰਾ ਮਨ ਪਾਸੇ ਚਲੇ ਗਿਆ, ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਲੱਗੀ। ਸੁਰਤੀ ਕੰਨਾਂ ਵਿੱਚ ਜਾਂ ਦੋਨੋਂ ਨੇਤਰਾਂ ਦੇ ਵਿੱਚ? ਨਹੀਂ, ਨੇਤਰਾਂ 'ਚ ਨਹੀਂ ਆਪਾਂ ਰੱਖਣੀ ਸੁਰਤੀ, ਕੰਨਾਂ 'ਚ ਰੱਖਣੀ, ਨੇਤਰਾਂ 'ਚੋਂ ਕੱਢਣੀ।
ਆਪਦੀ ਆਵਾਜ਼ 'ਚ ਲਾਉਣਾ ਧਿਆਨ। ਨਹੀਂ, ਜਦੋਂ ਆਪਣਾ ਧਿਆਨ ਆਪਣੀ ਆਵਾਜ਼ 'ਚ ਲੱਗ ਗਿਆ ਨਾ ਤੇ ਬੜਾ ਰਸ ਆਉਣ ਲੱਗ ਜਾਂਦਾ, ਆਪਦੀ ਆਵਾਜ਼ ਦੇ ਵਿੱਚੋਂ ਹੀ ਰਸ ਆਉਣ ਲੱਗ ਜਾਂਦਾ। ਵਾਹਿਗੁਰੂ ਜੀ, ਜਿਵੇਂ ਸਵੇਰੇ ਆਪਾਂ ਸਿਮਰਨ ਕਰੀਦਾ ਹੀ ਹੈ ਸੰਗਤ ਦੇ ਨਾਲ ਜੁੜ ਕੇ, ਹਾਂਜੀ ਉਦੋਂ ਆਵਾਜ਼ਾਂ ਜਿਵੇਂ ਸਾਧ ਸੰਗਤ ਦੀ ਵੀ ਆਵਾਜ਼ ਹੁੰਦੀ ਹੈ ਤੇ ਆਪਣੀ ਵੀ ਹੁੰਦੀ ਹੈ, ਤੇ ਉਹਦੇ ਵਿੱਚੋਂ ਵੀ ਇਹ ਦੇਖਣਾ ਕਿ ਸੰਗਤ ਦੀ ਆਵਾਜ਼ ਦਾ ਆਪਣੀ ਆਵਾਜ਼ ਤੇ ਧਿਆਨ ਦੇਣਾ। ਹਾਂਜੀ, ਨਹੀਂ ਆਪਾਂ ਆਪਦੀ ਆਵਾਜ਼ ਨੂੰ ਹੀ ਸੁਣਨਾ, ਨਹੀਂ ਨਾਲ ਲਾ ਕੇ ਚੱਲਣਾ ਆਵਾਜ਼ ਦੇ ਨਾਲ, ਆਵਾਜ਼ ਤੇ ਆਪਦੀ ਆਵਾਜ਼ ਨੂੰ ਹੀ ਸੁਣਨਾ ਧਿਆਨ ਦੇ ਨਾਲ। ਆਪਾਂ ਆਪਦੀ ਆਵਾਜ਼ ਦੇ ਵਿੱਚ ਹੀ ਲੀਨ ਹੋਣਾ। ਜਿਵੇਂ ਹੁਣ ਸੰਸਾਰ 'ਚ ਵੀ ਬਾਹਰ ਆਪਾਂ ਨੂੰ ਕਿੰਨੀਆਂ ਆਵਾਜ਼ਾਂ ਸੁਣਦੀਆਂ, ਆਪਾਂ ਹੋਰ ਨਹੀਂ ਕਿਸੇ ਦੀ, ਆਪਦੀ ਆਵਾਜ਼ ਨਹੀਂ ਸੁਣਨਾ। ਜਦੋਂ ਅਸੀਂ ਆਪਦੀ ਆਵਾਜ਼ ਨੂੰ ਸੁਣਾਂਗੇ ਮਨ ਨੇੜੇ ਰਹੇਗਾ, ਜਦੋਂ ਬਾਹਰੋਂ ਕਿਸੇ ਦੀ ਸੁਣਾਂਗੇ ਉਹ ਮਨ ਦੂਰ ਚਲਾ ਜਾਂਦਾ। ਵਾਹਿਗੁਰੂ, ਪੂਰਾ ਦਿਨ ਸਿਮਰਨ ਕਰੀਏ ਤੇ ਫਿਰ ਵੀ ਮਨ ਜੁੜਦਾ ਹੈ, ਸਹਿਜ ਵਿੱਚ ਜਾਂਦਾ ਹੈ, ਸੁੰਨ ਅਵਸਥਾ ਵਿੱਚ ਜਾਂਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਸਿਮਰਨ ਕਰਦੇ ਆ ਉਦੋਂ ਤਾਂ ਵਿਚਾਰਾਂ ਦਾ ਪਹਾੜ ਟੁੱਟ ਜਾਂਦਾ ਹੈ ਵਾਹਿਗੁਰੂ। ਬਿਲਕੁਲ ਸਹੀ ਜੀ, ਬਿਲਕੁਲ ਸਹੀ। ਉਦੋਂ ਪੰਜ ਨਹੀਂ ਚਾਹੁੰਦੇ ਕਿ ਅਸੀਂ ਸਵੇਰੇ ਅੰਮ੍ਰਿਤ ਵੇਲਾ ਜੁੜੀਏ। ਉਦੋਂ ਵਿਚਾਰ ਜ਼ਿਆਦਾ ਹੁੰਦੇ ਨੇ, ਬਹੁਤ ਜ਼ਿਆਦਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ, ਔਰ ਦਿਨੇ ਕਰੀਏ ਤੇ ਫਟਾਫਟ ਮਨ ਸਹਿਜ ਵਿੱਚ ਚਲ ਜਾਂਦਾ ਹੈ। ਉਹ ਫਿਰ ਇਹ ਠੀਕ ਹੈ ਨਾ ਵਾਹਿਗੁਰੂ ਜੀ, ਕਿਉਂਕਿ ਦੇਖੋ ਨਾ ਬਈ ਜਿਉਂ-ਜਿਉਂ ਫਿਰ ਦਿਨ ਜ਼ਿਆਦਾ ਹੁੰਦਾ, ਆਪਣਾ ਅਭਿਆਸ ਵੱਧਦਾ ਜਾਂਦਾ, ਉਹ ਤਾਂ ਸਹਿਜ ਚਲੇ ਜਾਂਦਾ। ਉਦੋਂ ਆਪਣਾ ਅਭਿਆਸ ਘੱਟ ਹੁੰਦਾ ਤਾਂ ਵਿਚਾਰ ਜ਼ਿਆਦਾ ਹੁੰਦੇ। ਹਾਂ, ਦੇਖੋ ਨਾ ਜਿੰਨੀ ਆਪਾਂ ਮਿਹਨਤ ਕਰਦੇ ਜਾਵਾਂਗੇ, ਜਿਉਂ-ਜਿਉਂ ਅਭਿਆਸ ਵੱਧਦਾ ਜਾਏਗਾ ਵਿਚਾਰ ਘੱਟਦੇ ਜਾਣਗੇ। ਜਿੰਨਾ ਘੱਟ ਹੈ ਉਨੇ ਜ਼ਿਆਦਾ ਹੋਣਗੇ। ਉਹ ਸਵੇਰੇ ਹਜੇ ਆਪਾਂ ਆਏ ਆ, ਉਹ ਘੱਟ ਹੈ ਤਾਂ ਵਿਚਾਰ ਜ਼ਿਆਦਾ ਨੇ। ਜਿਉਂ-ਜਿਉਂ ਆਪਾਂ ਕਰੀ ਜਾਂਦੇ ਫਿਰ ਉਹ ਵਿਚਾਰ ਘੱਟਦੇ ਜਾਂਦੇ। ਤੇ ਇਹ ਅਭਿਆਸ ਲਗਾਤਾਰ ਕਰਦੇ ਰਹੀਏ ਤੇ ਫਿਰ ਹੋ ਜਾਏਗੀ, ਕਿਰਪਾ ਹੋ ਜਾਏਗੀ। ਬਿਲਕੁਲ ਬਿਲਕੁਲ। ਉਹਦੇ ਵਾਸਤੇ ਤਾਂ ਆਪਾਂ ਨੂੰ ਜਿਵੇਂ ਰਾਤੀ ਵੀ ਮਤਲਬ ਜਿਵੇਂ ਰਾਤੀ 10 ਵਜੇ ਆਪਾਂ ਕਹਿੰਦੇ ਆਪਾਂ ਸ਼ਾਮ ਕਰਨਾ ਹੈ, ਸੋਣਾ ਹੈ, ਤੇ ਉਸ ਤੋਂ ਬਾਅਦ ਸਵੇਰੇ ਅੰਮ੍ਰਿਤ ਵੇਲਾ ਸਮੇਂ ਵਾਸਤੇ ਉੱਠਣਾ ਹੈ, ਤੇ ਉਹਦੇ ਵਿਚਕਾਰ ਵੀ ਮਤਲਬ ਕਰਨਾ ਪਏਗਾ ਜੀ ਆਪਾਂ ਨੂੰ। ਇਹ ਹੈ ਕਿ ਅੰਮ੍ਰਿਤ ਵੇਲਾ ਸਾਹਮਣਾ ਹੈ, ਜਿਸ ਟਾਈਮ ਆਪਾਂ ਵਿਚਾਰ ਕਰਨੀ ਹੈ ਜਾਂ ਅਭਿਆਸ ਕਰਨਾ, ਉਸ ਟਾਈਮ ਫੁੱਟਦੇ ਨਾ ਹੋਣ, ਉਦੋਂ ਮਤਲਬ ਰਾਤੀ ਵੀ ਉੱਠ ਕੇ ਮਤਲਬ ਬਿਲਕੁਲ ਆਪਾਂ ਇਹ ਲਗਾਤਾਰ ਹੀ ਕਰਨਾ ਹੁੰਦਾ ਵੀ ਜਿਵੇਂ ਹੁਣ ਰਾਤ ਨੂੰ ਆਪਾਂ ਸੌਣਾ ਹੈ, ਸਿਮਰਨ ਕਰਦੇ ਕਰਦੇ ਹੀ ਸੌਣਾ ਹੈ। ਜੋ ਆਪਾਂ ਰਾਤ ਨੂੰ ਦੇਖ ਕੇ ਪਵਾਂਗੇ, ਜੋ ਚੀਜ਼ ਸਾਡੇ ਅੰਦਰ ਚੱਲਦੀ ਹੋਏਗੀ ਉਹੀ ਸਵੇਰ ਨੂੰ ਚੱਲ ਪੈਂਦੀ ਹੈ ਦੁਬਾਰਾ। ਠੀਕ ਹੈ ਨਾ ਜੀ। ਤੇ ਜੇ ਹੁਣ ਆਪਾਂ ਸਿਮਰਨ ਕਰਦੇ ਕਰਦੇ ਸੌਵਾਂਗੇ ਤੇ ਸਹਿਜ ਸੁਭਾਅ ਜਦੋਂ ਉੱਠਾਂਗੇ ਸੁਬਾਹ ਵੀ ਸਿਮਰਨ ਚੱਲਦਾ ਹੋਏਗਾ। ਹਾਂਜੀ, ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਵੀ ਹਰ ਸਮੇਂ ਅਭਿਆਸ ਹੈ ਜਿਹੜਾ ਇਹ ਜਾਰੀ ਰੱਖਿਆ ਜਾਵੇ, ਅਭਿਆਸ ਕਰਦੇ ਰਹੀਏ, ਹੈ ਨਾ ਜੀ। ਹਾਂਜੀ। ਵਾਹਿਗੁਰੂ ਜੀ, ਮੈਂ ਸਮਾਜ ਚ ਵਿਚਰਦੇ ਹਾਂ, ਆਪਾਂ ਜਿਵੇਂ ਬਾਹਰ ਵੀ ਨਿਕਲਦੇ ਹਾਂ ਤੇ ਅਲੱਗ ਅਲੱਗ ਕੰਮਾਂ ਕਰਾ ਕੇ ਜਾਂਦੇ ਕੁਛ ਹੈ, ਤੇ ਉਦੋਂ ਵੀ ਆਪਾਂ ਇੱਕ ਸੋਚਦੇ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੱਚੀ ਜਾਣੇ, ਤੇ ਇਹਨਾਂ ਤੋਂ ਆਪਾਂ ਵਿਚਰਨਾ ਚਾਹੁੰਦੇ ਹਾਂ। ਪਰ ਦੁਨੀਆ ਵੱਲੋਂ, ਸਮਾਜ ਵੱਲੋਂ ਕਿਤੇ ਬੰਦਾ ਅਟਰੈਕਟ ਹੁੰਦਾ ਕਿ ਹਾਂ ਬਈ ਕਿਤੇ ਗੁੱਸਾ ਵੀ ਆ ਜਾਂਦਾ, ਕਿਤੇ ਕੁਛ ਹੋ ਜਾਂਦਾ ਆਪਣਾ ਕੰਮ ਕਾਜ ਕਰਦੇ ਹੋਏ, ਤੇ ਉਹਦੇ ਨਾਲ ਕਿਤੇ ਫਰਕ ਪੈਂਦਾ ਜੀ? ਹਾਂਜੀ, ਫਰਕ ਤਾਂ ਪੈਂਦਾ ਹੀ ਹੈ। ਜਦੋਂ ਆਪਾਂ ਗੁੱਸਾ ਕਰਾਂਗੇ ਤੇ ਫਰਕ ਤਾਂ ਪਏਗਾ ਹੀ। ਇਸ ਕਰਕੇ ਕੋਸ਼ਿਸ਼ ਕਰਨੀ ਨਾ ਆਪਾਂ ਵੀ ਗੁੱਸਾ ਨਾ ਕਰੀਏ। ਹਾਂਜੀ, ਵੀ ਜਦੋਂ ਆਪਾਂ ਰਜੋ ਗੁਣ ਤੇ ਵਿਚਰਦੇ ਹਾਂ ਉਦੋਂ ਆਪਾਂ ਸਤੋ ਗੁਣ ਦਾ ਸਾਥ ਲੈ ਕੇ ਚੱਲਣਾ। ਆਪਣੇ ਅੰਦਰ ਦਇਆ, ਨਰਮਤਾ, ਸਹਿਣਸ਼ੀਲਤਾ, ਸਬਰ, ਸੰਤੋਖ ਰੱਖਣੇ। ਨਹੀਂ ਜੀਵ ਕੀ ਹੁੰਦਾ, ਇਹਨਾਂ ਦਾ ਇਹੀ ਤਾਂ ਖੇਲ ਹੈ। ਸਾਰੇ ਸੰਸਾਰ ਦਾ ਖੇਲ ਜਿਹੜਾ ਰਜੋ ਗੁਣ ਤੇ ਆ ਕੇ ਸ਼ੁਰੂ ਹੁੰਦਾ ਹੈ, ਜਿਹੜਾ ਆਪਾਂ ਕਰਮ ਕਰਦੇ ਕਿਰਤ। ਇਹਨਾਂ ਨੇ ਕੀ ਕਰਨਾ, ਸਾਨੂੰ ਰਜੋ ਗੁਣ ਤੋਂ ਤਮੋ ਗੁਣ ਤੇ ਲੈ ਕੇ ਜਾਣਾ ਵੀ ਇਹ ਗੁੱਸਾ ਕਰਨ ਹੈ ਜੀ, ਵੀ ਜੀ। ਤੇ ਆਪਾਂ ਨੂੰ ਸੰਤ ਮਾਰਗ ਦੱਸਿਆ ਵੀ ਆਪਾਂ ਸਹੀ ਦੇ ਵਿੱਚ ਰਹਿਣਾ, ਪਿਆਰ ਦੇ ਨਾਲ ਚੱਲਣਾ ਹੈ। ਸਿਚੁਏਸ਼ਨ ਕੋਈ ਵੀ ਹੋਵੇ, ਅਸੀਂ ਸਹਿਜ ਵਿੱਚ ਰਹਿਣਾ ਹੈ। ਬਿਲਕੁਲ ਜੀ, ਬਿਲਕੁਲ। ਦੇਖੋ ਨਾ, ਉਹ ਗੁੱਸਾ ਤਾਂ ਕੋਈ ਹੱਲ ਨਹੀਂ ਨਾ, ਇਹ ਸਿਰਫ ਸਾਨੂੰ ਭਰਮ ਹੁੰਦਾ ਵੀ ਸ਼ਾਇਦ ਅਸੀਂ ਗੁੱਸਾ ਕਰਕੇ ਕੁਝ ਸਵਾਰ ਲਾਂਗੇ। ਗੁੱਸੇ ਨਾਲ ਸਬਰ ਦਾ ਥੋੜੀ, ਸਗੋਂ ਤੇ ਅਸੀਂ ਆਪਦਾ ਹੀ ਵਿਗਾੜ ਲੈਂਦੇ ਹਾਂ। ਹਾਂਜੀ,
ਹੈ ਨਾ ਜੀ। ਤੇ ਉਹੀਓ ਗੱਲ ਨੂੰ ਜੇ ਕੋਈ ਪ੍ਰੋਬਲਮ ਹੈ ਵੀ ਉਹਨੂੰ ਅਸੀਂ ਪਿਆਰ ਦੇ ਨਾਲ ਕਰੀਏ ਤੇ ਹੋ ਸਕਦਾ ਤੇ ਅੱਗੇ ਜਿਹੜਾ ਸਮਝਾਉਣਾ ਆਪਾਂ ਚਾਹੁੰਦੇ ਆ ਉਹ ਵੀ ਸਮਝੇਗਾ ਤੇ ਆਪਣਾ ਸੰਤੁਲਨ ਵੀ ਨਹੀਂ ਵਿਗੜੇਗਾ। ਜੇ ਹੁਣ ਆਪਾਂ ਕਿਸੇ ਤੇ ਗੁੱਸਾ ਕਰਦੇ ਹਾਂ ਜ਼ਰੂਰੀ ਨਹੀਂ ਵੀ ਉਹ ਸਮਝ ਹੀ ਰਿਹਾ, ਹੋ ਸਕਦਾ ਉਹਦੇ ਮਨ 'ਚ ਹੋਰ ਜ਼ਿਆਦਾ ਗੁੱਸਾ ਆਪਣੇ ਪ੍ਰਤੀ ਰੋਸ ਆ ਰਿਹਾ ਹੈ। ਇਸ ਕਰਕੇ ਪਿਆਰ ਦੀ ਪਰਿਭਾਸ਼ਾ ਜਿਹੜੀ ਉਹ ਹਰ ਇੱਕ ਜੀਵ ਸਮਝਦਾ, ਪਸ਼ੂ ਪੰਛੀ ਵੀ ਸਮਝਦੇ ਨੇ। ਜੀ ਆਪ ਜੀ ਮੁझे ਨਸ਼ੇ ਬਾਰੇ ਦੱਸ ਰਹੇ ਸੀ, ਇਹ ਨਸ਼ਾ ਹੈ ਪਰਮਾਤਮਾ ਨਾਮ ਦਾ ਤੇ ਇਹ ਸਹੀ ਗੱਲ ਹੈਗੀ ਹੈ ਕਿ ਜਦੋਂ ਨਸ਼ਾ ਜ਼ਿਆਦਾ ਚੜਿਆ ਹੁੰਦਾ ਉਦੋਂ ਗੁੱਸਾ ਹੀ ਨਹੀਂ ਹੁੰਦਾ, ਫਿਰ ਕੀਤਾ ਹੀ ਨਹੀਂ ਜਾਂਦਾ। ਜਦੋਂ ਨਸ਼ਾ ਜ਼ਿਆਦਾ ਨਾ ਗੁੱਸਾ ਹੁੰਦਾ ਹੈ ਨਾ ਜ਼ਿਆਦਾ ਕਿਸੇ ਚੀਜ਼ ਦੇ ਅੰਦਰ ਸੁੱਟਣ ਦਾ ਮਨ ਕਰਦਾ ਹੈ, ਉਦੋਂ ਬਿਲਕੁਲ ਪਰਮਾਤਮਾ ਦੇ ਨਾਮ ਦਾ ਰੰਗ ਜੀ ਜੀ ਉਦੋਂ ਆਪਣੇ ਤੇ ਕਿਸੇ ਚੀਜ਼ ਦਾ ਅਸਰ ਹੁੰਦਾ ਹੀ ਨਹੀਂ। ਹਾਂਜੀ ਵਾਹਿਗੁਰੂ, ਮੈਂ ਇੱਕ ਗੱਲ ਪੁੱਛਣੀ ਸੀ। ਹਾਂਜੀ ਵਾਹਿਗੁਰੂ। ਹਾਂਜੀ ਹਾਂਜੀ ਵਾਹਿਗੁਰੂ, ਇੱਕ ਤੇ ਹੁੰਦੇ ਮਤਲਬ ਵੱਡੇ ਵਿਚਾਰ ਕਰ ਲਓ, ਇੱਕ ਜਿਹੜੇ ਸੂਖਮ ਵਿਚਾਰ ਹੈ ਮਤਲਬ ਉਹਦਾ ਕਿੱਦਾਂ ਥੋੜਾ ਮਾੜੀ ਪਰਿਭਾਸ਼ਾ ਕਰ ਦਿਓ ਮਤਲਬ। ਹਾਂਜੀ ਇੱਕ ਤਾਂ ਹੁੰਦਾ ਜੀ ਜਿਵੇਂ ਆਪਾਂ ਵਿਚਾਰ ਕਰਦੇ ਹਾਂ ਸੰਸਾਰ ਦੇ ਵਿੱਚ, ਹਾਂਜੀ 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 ਤੇ ਉਹ ਨੇ ਵਿਚਾਰ ਜਿਹੜੇ ਆਪਾਂ ਵਾਰੀ ਕਰਦੇ ਹਾਂ, ਮੰਨ ਲਓ। ਹਾਂਜੀ ਇੱਕ ਹੁੰਦੇ ਵੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਕਰਕੇ ਆਪਾਂ ਅੰਤਰਮੁਖੀ ਹੋ ਜਾਂਦੇ ਹਾਂ ਤੇ ਫਿਰ ਉਹ ਸੂਖਮ ਵਿਚਾਰ ਚੱਲ ਪੈਂਦੇ। ਕਈ ਵਾਰੀ ਉਹ ਵਿਚਾਰ ਆ ਰਹੇ ਨੇ ਤੇ ਆਪਾਂ ਨੂੰ ਨਾਲ ਦੀ ਨਾਲ ਯਾਦ ਹੀ ਭੁੱਲਦਾ ਰਹਿੰਦਾ ਵੀ ਉਹ ਕੀ ਵਿਚਾਰ ਆ ਰਿਹਾ, ਕੁਛ ਚੱਲ ਰਿਹਾ ਪਰ ਇਹ ਨਹੀਂ ਪਤਾ ਵੀ ਕੀ ਚੱਲ ਰਿਹਾ, ਹੈ ਨਾ ਜੀ। ਹਾਂਜੀ 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 ਹਾਂ, ਉਹ ਫਿਰ ਸੂਖਮ ਵਿਚਾਰ ਹੁੰਦੇ ਨੇ। ਜਿਵੇਂ ਕੁਛ ਚੱਲ ਰਿਹਾ ਹੈ ਪਰ ਇਹ ਨਹੀਂ ਪਤਾ ਵੀ ਕੀ ਚੱਲ ਰਿਹਾ, ਪਰ ਇੰਨਾ ਪਤਾ ਵੀ ਕੁਛ ਚੱਲ ਰਿਹਾ ਸੀ, ਕੋਈ ਵਿਚਾਰ ਆ ਰਹੇ ਸੀ। ਹਾਂ, ਕੁਝ ਕਹਿਣਾ ਚਾਹੁੰਦੇ ਪਰ ਆਪਣਾ ਧਿਆਨ ਇੱਧਰ ਹੁੰਦਾ। ਜੀ 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 ਹਾਂਜੀ ਹਾਂਜੀ ਤੇ ਉਹ ਫਿਰ ਸੂਖਮ ਵਿਚਾਰ ਨੇ ਹੋਏ। ਤੇ ਇਸੇ ਕਰਕੇ ਰੋਕਣ ਦਾ ਤਰੀਕਾ ਇਹੀ ਹੈ ਵੀ ਸੁਣਨ 'ਚ ਚਲੇ ਜਾਓ, ਵੀ ਜਦੋਂ ਐਨ ਸੁਣਨ 'ਚ ਅਸੀਂ ਚਲੇ ਜਾਵਾਂਗੇ, ਸੁਣਨ 'ਚ ਸਮਾ ਜਾਵਾਂਗੇ ਤੇ ਉੱਥੇ ਸਾਨੂੰ ਫਿਰ ਉਹ ਵਿਚਾਰ ਨਹੀਂ ਆਉਣਗੇ। ਹਾਂਜੀ, ਉਹ ਯਾਨੀ ਡੀਪਲੀ ਜਿੰਨਾ ਜਾਏਗਾ ਤਦ ਉਹ ਆਪੇ ਪਿੱਛੇ ਰਹਿ ਜਾਣਗੇ। ਜੀ 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 ਬਿਲਕੁਲ। ਉਹ ਮਤਲਬ ਅਸੀਂ ਉਹਨਾਂ ਸਹਿਜ 'ਚ ਨਹੀਂ ਗਏ ਹਜੇ, ਉਹ ਤਾਂ ਕਰਕੇ ਆ ਰਹੇ ਨੇ ਸਾਨੂੰ। ਜਦੋਂ ਪੂਰਾ ਸਹਿਜ 'ਚ ਚਲੇ ਜਾਵਾਂਗੇ ਫਿਰ ਨਹੀਂ ਆਉਂਦੇ। ਜਿਵੇਂ ਸਮੁੰਦਰ ਹੈ ਨਾ ਜੀ, ਉਹਦੇ ਲਹਿਰਾਂ ਜਿਹੜੀਆਂ ਉੱਪਰ ਹੀ ਨੇ। ਜਿੰਨਾ ਜਿਹੜੇ ਜੀਵ ਗਹਿਰਾਈ 'ਚ ਜਾਂਦੇ ਨੇ ਨਾ, ਥੱਲੇ ਬੜਾ ਸ਼ਾਂਤ ਹੁੰਦਾ। ਇਸੇ ਤਰ੍ਹਾਂ ਹੀ ਵਿਚਾਰਾਂ ਦੀਆਂ ਲਹਿਰਾਂ ਨੇ, ਮਤਲਬ ਉੱਪਰ ਹੀ ਨੇ। ਜਿੰਨਾ ਅਸੀਂ ਸਹਿਜ ਦੇ ਵਿੱਚ ਥੱਲੇ ਚਲੇ ਜਾਵਾਂਗੇ ਡੂੰਘਾਈ 'ਚ, ਉੱਥੇ ਬੜਾ ਸ਼ਾਂਤੀ ਹੈ। ਜੀ ਹਾਂਜੀ ਚਲੋ ਠੀਕ ਹੈ ਵਾਹਿਗੁਰੂ ਜੀ, ਫਿਰ ਕੱਲ ਕਰ ਲਾਂਗੇ ਵਿਚਾਰ ਹੁਣ। ਹਾਂਜੀ ਮਿਹਰਬਾਨੀ ਵਾਹਿਗੁਰੂ। ਹਾਂਜੀ ਚਲੋ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।